ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬਾਬੀਹਾ ਨਾ ਬਿਲ ਲਾਏ ਨਾ ਤਰਸਾਏ। ਇਹੋ ਮਨ ਖਸਮ ਕਾ ਹੁਕਮ ਮੰਨ। ਨਾਨਕ ਹੁਕਮ ਮੰਨਿਆ ਤਿਹ ਉਤਰਾ। ਚੜ੍ਹੈ ਚਵਗਲ ਵਨ। ਬਾਬੀਹਾ ਨਾ ਬਿਲ ਲਾਏ ਨਾ ਤਰਸਾਏ। ਇਹੋ ਮਨ ਖਸਮ ਕਾ ਹੁਕਮ ਮੰਨ। ਨਾਨਕ ਹੁਕਮ ਮੰਨਿਆ ਤਿਖ ਉਤਰਾ। ਚੜ੍ਹੈ ਚਵਗਲ ਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸ਼ਾਮਾਂ ਦੇ ਸੁੰਦਰ ਸਜੇ ਦੀਵਾਨ ਵਿੱਚ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ। ਬੜੇ ਪਿਆਰ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ ਸਰਵਣ ਕੀਤੇ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਤੇ ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਭਾਈ ਅਮਨਦੀਪ ਸਿੰਘ ਜੀ ਸੁਲਤਾਨਪੁਰ ਲੋਧੀ ਵਾਲਿਆਂ ਦੇ ਰਾਗੀ ਜਥੇ ਨੇ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਲਾਰ ਰਾਗ ਦੀ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਉਸ ਦੀ ਵਿਚਾਰ ਚੱਲ ਰਹੀ ਹੈ। ਪਿਛਲੇ ਲਗਭਗ ਪੌਣੇ 2 ਮਹੀਨੇ ਆਪ ਜੀਆਂ ਨੇ ਇਸ ਲੜੀਵਾਰ ਕਥਾ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ ਸਿੱਖ ਕੌਮ ਦੇ ਮਹਾਨ ਵਿਦਵਾਨ ਵਿਆਖਿਆਕਾਰ ਉਹਨਾਂ ਦੇ ਪਾਸੋਂ ਸਰਵਣ ਕਰਦੇ ਰਹੇ। ਅਗਲੇ ਪੜਾਵਾਂ ਵਾਸਤੇ ਉਹਨਾਂ ਨੇ ਅੱਜ ਸੰਗਤਾਂ ਕੋਲੋਂ ਵਿਦਾਇਗੀ ਲੈ ਲਈ। ਜਿਤਨੀ ਦੇਰ ਇਸ ਗੁਰੂ ਘਰ ਵਿਖੇ ਅਗਲੇ ਗੁਰਮੁਖ ਪਿਆਰੇ ਕੋਈ ਨਹੀਂ ਆਉਣਗੇ, ਉਨੀ ਦੇਰ ਦਾਸ ਆਪ ਜੀ ਦੀ ਸਵੇਰੇ ਸ਼ਾਮ ਗੁਰਬਾਣੀ ਕਥਾ ਦੁਆਰਾ ਜਿਵੇਂ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨਗੇ ਸੇਵਾ ਕਰਾਂਗੇ। ਰਲ ਮਿਲ ਕੇ ਸਤਿਗੁਰਾਂ ਦੀਆਂ ਵਡਿਆਈਆਂ ਕਰਾਂਗੇ। ਆਓ ਸਾਰੀ ਸੰਗਤ ਕਰੋ ਕਿਰਪਾ ਸ਼ਬਦ ਵਿਚਾਰ ਨਾਲ ਜੁੜਨ ਲਈ ਮਨ ਦਾ ਟਿਕਾਓ ਤੇ ਮਨ ਦੀ ਇਕਾਗਰਤਾ ਬਣੇ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ। ਸਾਹਿਬ ਕਿਰਪਾ ਕਰਦੇ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਬਬੀਹਾ ਸ਼ਬਦ ਬੜੀ ਵਾਰ ਇਸੇ ਹੀ ਵਾਰ ਵਿੱਚ ਸ਼ਬਦ ਵਿੱਚ ਆਇਆ ਹੈ ਤੇ ਕਈ ਰੂਪਾਂ ਵਿੱਚ ਗੁਰੂ ਮਹਾਰਾਜ ਜੀ ਨੂੰ ਦਾ ਜ਼ਿਕਰ ਕੀਤਾ ਹੈ।
ਅੱਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਐ ਬਬੀਹਾ, ਐ ਪਪੀਹੇ, ਤੂੰ ਕਿਉਂ ਵਿਲਕਦਾ ਹੈ, ਕਿਉਂ ਤਰਸਦਾ ਹੈ, ਕਿਉਂ ਵਿਰਲਾਪ ਕਰਦਾ ਹੈ। ਤੂੰ ਖਸਮ ਦਾ, ਮਾਲਕ ਦਾ, ਪਰਮੇਸ਼ਰ ਦਾ ਹੁਕਮ, ਉਹਦੀ ਰਜ਼ਾ ਨੂੰ ਮੰਨੀ ਚੱਲ। ਜੇ ਉਹਦੀ ਰਜ਼ਾ ਨੂੰ ਮੰਨੇਗਾ ਤੇ ਵਾਹਿਗੁਰੂ ਪਰਮਾਤਮਾ ਕਿਰਪਾ ਕਰੇਗਾ, ਤੇਰੇ ਇਸ ਅੰਦਰ ਦੀ ਤਪਸ਼ ਨੂੰ, ਤੇਰੀ ਅੰਦਰ ਦੀ ਪਿਆਸ ਨੂੰ ਉਹ ਖਸਮ ਪਰਮਾਤਮਾ ਜ਼ਰੂਰ ਪੂਰੀਆਂ ਕਰੇਗਾ, ਜਿਹਦੇ ਵਾਸਤੇ ਤੂੰ ਦਿਨ ਰਾਤ ਵਿਰਲਾਪ ਕਰਦਾ ਹੈ। ਅਸਲ ਵਿੱਚ ਗੁਰਬਾਣੀ ਰਾਹੀਂ, ਗੁਰਬਾਣੀ ਵਿੱਚ ਜੀਵ ਜੰਤੂ, ਪੰਛੀ, ਪਸ਼ੂਆਂ ਦੇ ਰਾਹੀਂ ਵੀ ਬਹੁਤ ਜ਼ਿਆਦਾ ਗੁਰੂ ਸਾਹਿਬ ਨੇ ਪ੍ਰਮਾਣ ਦੇ ਦੇ ਕੇ ਮਨੁੱਖ ਨੂੰ ਸਮਝਾਇਆ ਹੈ। ਕੁਝ ਪ੍ਰਮਾਣ ਮੈਂ ਤੁਹਾਡੇ ਸਨਮੁਖ ਰੱਖਾਂ। ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖ ਨੂੰ ਸਮਝਾਉਂਦਿਆਂ ਹੋਇਆਂ ਕਿ ਜੇ ਕੋਈ ਇਹ ਪੁੱਛੇ ਕਿ ਮੈਂ ਵਫਾਦਾਰ ਕਿੱਦਾਂ ਦਾ ਹੋਵਾਂ, ਮੇਰੀ ਮਾਲਕ ਦੇ ਨਾਲ ਵਫਾਦਾਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਤੇ ਮੈਂ ਹੈਰਾਨ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਸੇ ਮਨੁੱਖ ਦੀ ਉਦਾਹਰਨ ਨਹੀਂ ਦਿੱਤੀ ਵੀ ਫਲਾਣੇ ਬੰਦੇ ਵਰਗਾ ਤੂੰ ਹੋਣਾ ਚਾਹੀਦਾ। ਹੈਰਾਨਗੀ ਹੋਈ ਸ਼ਬਦ ਪੜ੍ਹ ਕੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਣਾ ਤੁਸੀਂ ਬੰਦੇ ਨੂੰ ਹੈ ਕਿ ਵਫਾਦਾਰ ਕਿੱਦਾਂ ਦਾ ਹੋਵੇ, ਮਾਲਕ ਦਾ ਵਫਾਦਾਰ ਕਿੱਦਾਂ ਦਾ ਬਣੇ, ਆਪਣੇ ਮਾਲਕ ਦਾ ਦਰ ਕਦੀ ਵਾਸਤੇ ਨਾ ਛੱਡੇ, ਕਿੱਦਾਂ ਦਾ ਹੋਣਾ ਚਾਹੀਦਾ। ਤੇ ਸੱਚੇ ਪਾਤਸ਼ਾਹ ਤੁਸੀਂ ਕਿਸੇ ਮਨੁੱਖ ਨੂੰ ਨਹੀਂ ਸਾਹਮਣੇ ਰੱਖਿਆ, ਇੱਕ ਜੀਵ ਨੂੰ, ਇੱਕ ਕੁੱਤੇ ਨੂੰ ਸਾਹਮਣੇ ਰੱਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਸ਼ਲੋਕ ਅਸੀਂ ਬੜੀ ਵਾਰ ਸੁਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ। ਉਹਦੇ ਵਿੱਚ ਮੇਰੇ ਸਾਹਿਬ ਨੇ ਕਿਹਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਸਵਾਨ ਦਾ ਅਰਥ ਹੈ ਕੁੱਤਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਵਿਦ, ਇਹ ਵਿਦ ਦਾ ਮਤਲਬ ਇਸ ਤਰੀਕੇ ਨਾਲ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਸਿੱਖ ਲਾ ਜਿਹੜਾ ਆਪਣੇ ਮਾਲਕ ਦੀ ਕਿੰਨੀ ਕੁ ਵਫਾਦਾਰੀ ਕਰਦਾ ਹੈ। ਮੈਂ ਇੱਕ ਦਿਨ ਵੇਖ ਰਿਹਾ ਸੀ ਕਿ ਨੈੱਟ ਦੇ ਉੱਤੇ ਕੋਈ ਮੂਵੀ ਚੱਲ ਰਹੀ ਸੀ, ਕਿਉਂਕਿ CCTV ਕੈਮਰੇ ਲੱਗੇ ਹੁੰਦੇ ਹਰ ਜਗ੍ਹਾ 'ਤੇ, ਕਿਸੇ ਨੇ ਆਪਣੇ ਘਰ ਵਿੱਚ ਲਾਏ ਸਨ। ਘਰ ਦੇ ਮਾਲਕ, ਘਰ ਦਾ ਪਰਿਵਾਰ ਸਾਰਾ ਸੁੱਤਾ ਪਿਆ ਹੈ ਤੇ ਉਹਨਾਂ ਨੇ 2 ਵੱਡੇ ਕੁੱਤੇ ਰੱਖੇ। CCTV ਕੈਮਰੇ ਵਿੱਚੋਂ ਸਾਰਾ ਕੁਝ ਕੈਦ ਹੋ ਗਿਆ। ਉਹ ਕਿਸੇ ਨੇ ਚੁੱਕ ਕੇ ਨੈੱਟ 'ਤੇ ਪਾ ਦਿੱਤਾ। ਚੋਰ ਆਏ, ਚੋਰਾਂ ਨੇ ਯਤਨ ਕੀਤਾ ਉਸ ਘਰ ਵਿੱਚ ਵੜਨ ਦਾ, ਤੇ ਜਿਉਂ ਹੀ ਚੋਰ ਆਪਣਾ ਪੂਰਾ ਕੋਸ਼ਿਸ਼ ਕਰਦੇ ਨੇ ਘਰ ਵਿੱਚ ਵੜਨ ਦੀ, ਤੇ ਜਿਹੜੇ 2 ਕੁੱਤੇ ਵੱਡੇ ਰੱਖੇ ਹੋਏ ਸਨ ਉਹਨਾਂ ਨੂੰ ਕੁਝ ਖੜਕਾ ਲੱਗਾ। ਦੋਨੋਂ ਕੁੱਤੇ ਬਾਹਰ ਨਿਕਲੇ ਤੇ ਉਹਨਾਂ ਦੋਨਾਂ ਕੁੱਤਿਆਂ ਨੇ ਉਹਨਾਂ ਦੋਨਾਂ ਬੰਦਿਆਂ ਨੂੰ ਰੋਲ ਕੇ ਰੱਖ ਦਿੱਤਾ। ਘਰ ਦੇ ਮਾਲਕ ਸਭ ਸੁੱਤੇ ਪਏ ਨੇ, ਘਰ 'ਚ ਕਿਸੇ ਨੂੰ ਕੋਈ ਨਹੀਂ ਪਤਾ ਵੀ ਬਾਹਰ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਉਹਨਾਂ ਨੇ ਆਪਣੀ ਵਫਾਦਾਰੀ ਪੂਰੀ ਨਿਭਾਈ, ਉਹ ਆਏ ਹੋਏ ਚੋਰਾਂ ਨੂੰ ਭਜਾ ਦਿੱਤਾ। ਮੈਂ ਸਮਝਦਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਤੁਸੀਂ ਸਾਨੂੰ ਸਮਝਾ ਰਹੇ ਹੋ ਕਿ ਉਹਨਾਂ ਜੀਵਾਂ ਤੋਂ, ਉਹਨਾਂ ਪਸ਼ੂ ਪੰਛੀਆਂ ਤੋਂ ਤੁਸੀਂ ਵੀ ਸਿੱਖਿਆ ਲੈ ਲਓ ਕਿ ਆਪਣੇ ਮਾਲਕ ਦੇ ਕਿਸ ਤਰ੍ਹਾਂ ਦੇ ਵਫਾਦਾਰ ਬਣੀਦਾ ਹੈ। ਫਿਰ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਜਦੋਂ ਪਿਆਰ ਦੀ ਖੇਡ ਸਮਝਣੀ ਹੋਵੇ ਤੇ ਮੇਰੇ ਸਾਹਿਬ ਨੇ ਪਿਆਰ ਦੀ ਗੱਲ ਸਮਝਾਉਣ ਲਈ ਵੀ ਸਤਿਗੁਰੂ ਮਹਾਰਾਜ ਜੀ ਨੇ ਜੀਵ ਜੰਤੂਆਂ ਦੀ ਉਦਾਹਰਨ ਦਿੱਤੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਸ ਤਰ੍ਹਾਂ ਮੱਛੀ ਦਾ ਜਲ ਨਾਲ ਪਿਆਰ ਹੈ, ਇਸ ਤਰ੍ਹਾਂ ਦਾ ਸਿੱਖ ਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਪ ਤੜਪ ਕੇ ਆਪਣੀ ਜਾਨ ਦੇ ਦਿੰਦੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸਿੱਖ ਦੇ ਅੰਦਰ ਵੀ ਇਸ ਤਰ੍ਹਾਂ ਦੀ ਆਪਣੇ ਗੁਰੂ ਦੇ ਨਾਲ ਪਿਆਰ ਦੀ ਤੜਪ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਕਦੀ ਸਾਨੂੰ ਉਦਾਹਰਨ ਦਿੰਦੇ ਨੇ ਹਿਰਨ ਦੀ ਕਿ ਕੰਡੇ ਹੇੜੇ ਦੇ ਰਾਗ ਉੱਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਕਦੀ ਉਦਾਹਰਨ ਦਿੰਦੇ ਨੇ ਪਤੰਗੇ ਦੀ ਉਦਾਹਰਨ ਦਿੰਦੇ ਕਿ ਉਹ ਲਾਈਟ ਤੋਂ, ਅੱਗ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ। ਕਦੀ ਭਵਰੇ ਦੀ ਉਦਾਹਰਨ ਦਿੰਦੇ ਨੇ ਕਿ ਫੁੱਲ ਵਿੱਚ ਬੈਠਾ ਹੋਇਆ ਰਸ ਮਾਣਦਾ ਹੋਇਆ ਆਪਣੀ ਕੁਰਬਾਨੀ ਦੇ ਜਾਂਦਾ ਹੈ। ਮੇਰੇ ਸਾਹਿਬ ਨੇ ਗੁਰਬਾਣੀ ਦੇ ਰਾਹੀਂ ਮਨੁੱਖ ਨੂੰ ਸਮਝਾਉਣ ਲਈ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਬਚਨ ਹੈ, ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੈ ਪਾਣੀ, ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖ ਕਿ ਜਿਸ ਤਰ੍ਹਾਂ ਮੱਛੀ ਦਾ ਕੰਡੇ ਹੇੜੇ ਦੇ ਰਾਗ ਨਾਲ ਹਿਰਨ ਦਾ, ਫੁੱਲਾਂ ਦੇ ਨਾਲ ਭਵਰੇ ਦਾ,
ਅੱਗ ਨਾਲ ਪਤੰਗੇ ਦਾ। ਜਿਸ ਤਰ੍ਹਾਂ ਇਹਨਾਂ ਦੀ ਪ੍ਰੀਤ ਹੈ, ਪਿਆਰ ਅੰਦਰ ਦੀ ਤੜਫ ਹੈ, ਇੱਦਾਂ ਦੀ ਸਿੱਖਾ ਤੂੰ ਵੀ ਬਣਾ। ਤੇ ਜ਼ਿਕਰ ਕਰ ਰਿਹਾ ਸੀ ਸਤਿਗੁਰਾਂ ਨੇ ਬਾਣੀ ਵਿੱਚ ਕਈ ਤਰੀਕਿਆਂ ਨਾਲ ਮਨੁੱਖ ਨੂੰ ਸਮਝਾਇਆ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਇੱਕ ਹੋਰ ਉਦਾਹਰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ। ਸਾਹਿਬ ਕਹਿੰਦੇ ਕੋਈ ਇਨਸਾਨ ਧਾਰਮਿਕ ਕਰਮ ਧਰਮ ਸਾਰੇ ਹੀ ਕਰੇ, ਧਾਰਮਿਕ ਕਰਮ ਧਰਮ ਸਾਰੇ ਹੀ ਕਰੇ ਇਨਸਾਨ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਉਹਨੇ ਦਾਨ ਪੁੰਨ ਪਾਠ ਪੂਜਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੇ ਅੰਦਰ ਉਹਦੇ ਗੁਮਾਨ ਹਉਮੈ ਹੰਕਾਰ ਆ ਗਿਆ ਹੈ, ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਵੀ ਇੱਕ ਜਾਨਵਰ ਦੀ ਗੱਲ ਹੀ ਕੀਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਦ ਤੇ ਜਿਉ ਕੁੰਚਰ ਇਸ਼ਨਾਨ। ਉੱਥੇ ਵੀ ਹਾਥੀ ਦੀ ਗੱਲ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਜੀ ਇੱਕ ਹੋਰ ਸ਼ਬਦ ਵਿੱਚ ਕਹਿੰਦੇ ਨੇ, ਕਹਿੰਦੇ ਜਦੋਂ ਕੋਈ ਇਨਸਾਨ ਕੋਈ ਮਨੁੱਖ ਉਹਦੇ ਅੰਦਰ ਲੋਭ ਦਾ ਹਲਕ ਪੈਦਾ ਹੋ ਜਾਏ, ਤੇ ਲੋਭੀ ਇਨਸਾਨ ਦੀ ਗੱਲ ਵੀ ਸਮਝਾਉਣ ਲਈ ਗੁਰੂ ਮਹਾਰਾਜ ਜੀ ਨੇ ਕੁੱਤੇ ਦੀ ਉਦਾਹਰਣੀ ਲਈ ਹੈ। ਬਾਣੀ ਦਾ ਬਚਨ ਹੈ ਜਿਉ ਕੂਕਰ ਹਰਕਾਇਆ ਧਾਵੈ ਦਾਦ ਸਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ ਵਿੱਚ ਜਿਹੜੇ ਸ਼ਬਦ ਆਉਂਦੇ ਨੇ ਨਾ, ਚਾਹੇ ਪਪੀਹਾ ਸ਼ਬਦ ਆਏ, ਚਾਹੇ ਹਿਰਨ ਦਾ ਜ਼ਿਕਰ ਆਏ, ਚਾਹੇ ਉਹਦੇ ਵਿੱਚ ਹਾਥੀ ਦਾ ਜ਼ਿਕਰ ਆਵੇ, ਚਾਹੇ ਉਹਦੇ ਵਿੱਚ ਜਿਹੜਾ ਹੈ ਉਹ ਭਵਰੇ ਦਾ ਜ਼ਿਕਰ ਆਵੇ, ਚਾਹੇ ਮੱਛੀ ਦਾ ਜ਼ਿਕਰ ਆਵੇ, ਚਾਹੇ ਕੁੱਤੇ ਦਾ ਜ਼ਿਕਰ ਆਵੇ, ਇਹ ਸਾਰਿਆਂ ਦਾ ਮਤਲਬ ਇਹ ਹੈ ਕਿ ਮਨੁੱਖ ਨੂੰ ਸਮਝਾਉਣ ਵਾਸਤੇ ਪ੍ਰਮਾਣ ਹੀ ਨੇ ਸਾਰੇ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਪਪੀਹਾ ਦਾ ਜ਼ਿਕਰ ਕੀਤਾ ਮਨ। ਸਤਿਗੁਰੂ ਕਹਿੰਦੇ ਐ ਮਨ ਤੂੰ ਕਿਉਂ ਵਿਰਲਾਪ ਕਰਦਾ ਪਿਆ? ਹਾਂ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਿਰਲਾਪ ਹੋਣਾ ਚਾਹੀਦਾ ਜ਼ਰੂਰ ਹੈ। ਜਿਸ ਹਿਰਦੇ ਵਿੱਚੋਂ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦੀ ਤੜਫ ਹੀ ਨਹੀਂ ਪੈਦਾ ਹੁੰਦੀ, ਬਾਬਾ ਫਰੀਦ ਸਾਹਿਬ ਕਹਿੰਦੇ ਹਿਰਦਾ ਹੀ ਕਾਹਦਾ ਹੈ, ਉਹਨੂੰ ਤਾਂ ਸ਼ਮਸ਼ਾਨ ਘਾਟ ਸਮਝਣਾ ਚਾਹੀਦਾ। ਫਰੀਦਾ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੁ ਨਾ ਉਪਜੈ ਜੋ ਸੋ ਤਨ ਜਾਣ ਮਸਾਨ। ਕਹਿੰਦੇ ਉਹਨੂੰ ਤੇ ਮੜੀਆਂ ਦੇ ਸਮਾਨ ਜਾਣ ਲਓ। ਜਿਸ ਹਿਰਦੇ ਵਿੱਚੋਂ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਨਹੀਂ ਪੈਦਾ ਹੁੰਦੀ। ਹੁਣ ਆਓ ਆਪਾਂ ਗੁਰੂ ਇਤਿਹਾਸ ਵਿੱਚੋਂ ਦੇਖੀਏ ਕਿ ਕੀ ਜਿਨ੍ਹਾਂ ਨੇ ਪਪੀਹੇ ਬਣ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਫਰਿਆਦਾਂ ਕੀਤੀਆਂ, ਤੇ ਕੀ ਗੁਰੂ ਬੱਦਲ ਬਣ ਕੇ ਉਹਨਾਂ ਦੇ ਕੋਲੇ ਬੌੜਿਆ ਕਿ ਨਹੀਂ ਬੌੜਿਆ? ਗੁਰਬਾਣੀ ਵਿੱਚ ਸਿਰਫ ਪ੍ਰਮਾਣ ਪਪੀਹੇ ਦਾ ਹੈ, ਪਰ ਗੱਲ ਜੀਵ ਦੀ ਕੀਤੀ ਹੈ। ਆਪਾਂ ਦੇਖਣਾ ਕਿ ਜਦੋਂ ਕੋਈ ਸਿੱਖ ਪਪੀਹਾ ਬਣ ਕੇ ਉਸ ਮਾਲਕ ਦੇ ਦਰ ਉੱਤੇ ਆਪਣੀਆਂ ਫਰਿਆਦਾਂ ਕਰਦਾ ਹੈ, ਦਿਨ ਰਾਤ ਭਗਤ ਕਬੀਰ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਯਾਦ ਕਰਦਾ ਹੈ ਕਿ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ। ਕਹਿੰਦੇ ਜੇ ਦਿਨ ਰਾਤ ਉਸ ਮਾਲਕ ਨੂੰ ਆਵਾਜ਼ਾਂ ਮਾਰਾਂਗੇ, ਕਿਉਂ ਨਹੀਂ ਉਹ ਮਾਲਕ ਸਾਡੀ ਬੌੜੀ ਕਰੇਗਾ? ਕਸ਼ਮੀਰ ਦੀ ਧਰਤੀ ਤੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚਦੇ ਨੇ, ਤੇ ਕਸ਼ਮੀਰ ਤੋਂ ਅੱਗੇ ਸ਼੍ਰੀਨਗਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਭਵਰੇ ਭਾਈ ਸੇਵਾਦਾਸ ਰਹਿੰਦਾ ਸੀ, ਤੇ ਉਹਨਾਂ ਦੀ ਸਤਿਕਾਰਯੋਗ ਮਾਤਾ ਭਾਗ ਭਰੀ ਹੈ। ਮਾਤਾ ਭਾਗ ਭਰੀ ਦੀ ਉਮਰ ਕਾਫੀ ਹੋ ਗਈ। ਮੈਂ ਜਿਹੜਾ ਜ਼ਿਕਰ ਕਰਨ ਲੱਗਿਆ ਕਿ ਜਦੋਂ ਪਪੀਹਾ ਬਣ ਕੇ ਕੋਈ ਪੁਕਾਰ ਕਰਦਾ ਤੇ ਗੁਰੂ ਬੱਦਲ ਬਣ ਕੇ ਕਿਵੇਂ ਬੌੜਦਾ ਹੈ। ਉਹ ਆਪਣੇ ਪੁੱਤਰ ਨੂੰ ਰੋਜ਼ ਕਹਿੰਦੀ ਹੈ, ਕਹਿੰਦੀ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰਾਂ ਨੂੰ ਲੋਚਦੀ ਹਾਂ, ਤੇ ਪੁੱਤਰ ਤੂੰ ਮੈਨੂੰ ਸਾਖੀਆਂ ਸੁਣਾਉਣਾ ਗੁਰੂ ਮਹਾਰਾਜ ਜੀ ਦੀਆਂ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਤੱਕ ਮੇਰੇ ਪੁੱਤਰ ਤੂੰ ਬਹੁਤ ਸਾਖੀਆਂ ਸੁਣਾਉਣਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਯਾਦ ਕੀਤਾ, ਗੁਰੂ ਨਾਨਕ ਸਾਹਿਬ ਉਹਦੇ ਕੋਲੇ ਚਲੇ ਗਏ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰਦੇ ਰਹੇ ਸਿੱਖ, ਗੁਰੂ ਅਰਜਨ ਦੇਵ ਜੀ ਵੀ ਜਾਂਦੇ ਰਹੇ, ਤੂੰ ਬੇਟਾ ਮੈਨੂੰ ਸੁਣਾਉਣਾ ਤੇ ਜ਼ਰੂਰ ਹੈ ਗੁਰੂ ਘਰ ਦੀਆਂ ਵਡਿਆਈਆਂ ਤੇ ਗੁਰੂ ਘਰ ਦੀਆਂ ਸਾਖੀਆਂ, ਕਿ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦੀਦਾਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਇਹਨਾਂ ਸਵਾਸਾਂ ਦੇ ਹੁੰਦਿਆਂ ਮੈਨੂੰ ਗੁਰੂ ਦੇ ਦੀਦਾਰ ਹੋਣਗੇ ਕਿ ਨਹੀਂ ਹੋਣਗੇ। ਤੇ ਪੁੱਤਰ ਨੂੰ ਭਰੋਸਾ ਬੜਾ ਸੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੇ ਕਹਿਣ ਲੱਗਾ, ਮਾਂ ਜਿਹਨੂੰ ਯਾਦ ਕਰੀਏ ਗੁਰੂ ਨੂੰ ਉਹ ਬੌੜੀ ਕਰਦਾ, ਜ਼ਰੂਰ ਆਏਗਾ ਇੱਕ ਦਿਨ ਗੁਰੂ, ਜੇ ਤੂੰ ਯਾਦ ਕਰਦੀ ਹੈ ਤੇ ਜ਼ਰੂਰ ਆਏਗਾ ਮੇਰਾ ਮਾਲਕ। ਕਹਿੰਦੇ ਨੇ ਇੱਕ ਦਿਨ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਧਰਮਸ਼ਾਲ ਵਿੱਚ ਗਈ ਹੈ। ਧਰਮਸ਼ਾਲ ਦਾ ਮਤਲਬ ਤੁਸੀਂ ਗੁਰਦੁਆਰਾ ਕਹਿ ਸਕਦੇ ਹੋ, ਪਹਿਲਾਂ ਧਰਮਸ਼ਾਲ ਸ਼ਬਦ ਸੀ, ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਬਾਅਦ ਇਹਦਾ ਨਾਮ ਗੁਰਦੁਆਰਾ ਸ਼ਬਦ ਬਣਿਆ, ਇਸ ਤੋਂ ਪਹਿਲਾਂ ਧਰਮਸ਼ਾਲ ਹੀ ਕਿਹਾ ਜਾਂਦਾ ਸੀ। ਧਰਮਸ਼ਾਲ ਵਿੱਚ ਮਾਤਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਗਈ ਹੈ, ਤੇ ਕਹਿੰਦੇ ਨੇ ਸੰਗਤ ਵਿੱਚ ਜਾ ਕੇ ਉਸ ਮਾਤਾ ਨੇ ਬੈਠੀ ਹੋਈ ਸੰਗਤ ਸਾਰੀ ਹੈ, ਤੇ ਕਹਿਣ ਲੱਗੇ ਮਾਤਾ ਨੇ ਉੱਚੀ ਉੱਚੀ ਆਪਣੀ ਅੱਖਾਂ ਦੇ ਵਿੱਚੋਂ ਅਥਰੂ ਵਹਾ ਕੇ, ਤੇ ਜਿਵੇਂ ਉਹਦੀ ਅੰਦਰ ਦੀ ਭਾਵਨਾ ਸੀ, ਉਹਦੀ ਅੰਦਰ ਦੀ ਅਰਦਾਸ ਦੀ ਜੋ ਸ਼ਬਦ ਉਹਨੇ ਕਹੇ, ਇਹ ਉਹ ਮਾਤਾ ਹੀ ਜਾਣ ਸਕਦੀ ਉਹਦੇ ਅੰਦਰ ਦੇ ਕਿਹੋ ਜਿਹੇ ਸ਼ਬਦ ਸਨ।
ਉਹ ਪਪੀਹੇ ਵਾਂਗ ਕਿਵੇਂ ਪ੍ਰਿਓ ਕਰ ਰਹੀ ਸੀ। ਤੇ ਕਹਿਣ ਲੱਗੇ ਜਦੋਂ ਉਸਨੇ ਉਸ ਸੰਗਤ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ, ਰੋ ਕਰਲਾ ਰਹੀ ਸੀ, ਤੇ ਇੱਕ ਸਿੱਖ ਨੇ ਉੱਠ ਕੇ ਭਾਈ ਸੇਵਾਦਾਸ ਨੂੰ ਕਿਹਾ, ਕਹਿਣ ਲੱਗੇ ਆਪਣੀ ਮਾਤਾ ਨੂੰ ਤੁਸੀਂ ਇੱਥੇ ਕਿਉਂ ਲੈ ਕੇ ਆਏ? ਇਹਨਾਂ ਨੇ ਤੇ ਸੰਗਤ ਵਿੱਚ ਆ ਕੇ ਸੰਗਤ ਦਾ ਧਿਆਨ ਹੀ ਜਿਹੜਾ ਹੈ ਖਿੰਡ ਗਿਆ ਹੈ। ਇਹ ਵੇਖੋ ਕਿਸ ਤਰ੍ਹਾਂ ਉੱਚੀ ਉੱਚੀ ਵਿਰਲਾਪ ਕਰ ਰਹੀ ਹੈ, ਉੱਚੀ ਉੱਚੀ ਰੋ ਰਹੀ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਕਰੀ ਜਾ ਰਹੀ ਹੈ। ਕਹਿਣ ਲੱਗੇ ਮਾਤਾ ਦੀ ਉਮਰ ਵਡੇਰੀ ਹੋ ਗਈ ਹੈ, ਇਸ ਕਰਕੇ ਇਸ ਨੂੰ ਹੁਣ ਤੁਸੀਂ ਘਰੇ ਰੱਖਿਆ ਕਰੋ। ਇੱਥੇ ਆਉਣ ਨਾਲ ਕੀ ਹੁੰਦਾ, ਜਦੋਂ ਸੰਗਤ ਵਿੱਚ ਆਉਂਦੇ ਆ, ਰੋਂਦੇ ਆ, ਕਰਲਾਉਂਦੇ ਆ, ਗੁਰੂ ਉੱਚੀ ਉੱਚੀ ਜਪਦੇ ਆ, ਆਵਾਜ਼ਾਂ ਮਾਰਦੇ ਨੇ ਗੁਰੂ ਨੂੰ, ਫਿਰ ਇਸ ਤਰ੍ਹਾਂ ਬਾਕੀ ਦੀ ਜਿਹੜੀ ਬੈਠੀ ਹੋਈ ਸੰਗਤ ਹੈ ਉਹਦੇ ਉੱਤੇ ਵੀ ਅਸਰ ਜਿਹੜਾ ਹੈ ਉਹ ਠੀਕ ਨਹੀਂ ਪੈਂਦਾ, ਉਹਦੀ ਇਕਾਗਰਤਾ ਭੰਗ ਹੁੰਦੀ ਹੈ। ਇੱਕ ਸਿੱਖ ਦੇ ਕਹਿਣ ਦੀ ਇੰਨੀ ਗੱਲ ਸੀ, ਉਹਨੇ ਚਰਚ ਉੱਥੇ ਗੁਰਮੁਖ ਰੂਹਾਂ ਬੇਅੰਤ ਬੈਠੀਆਂ ਸੋਨਾ ਕਿਹਾ, ਨਹੀਂ ਭਾਈ ਸਾਹਿਬ, ਇਸ ਮਾਤਾ ਦੀ ਅੰਦਰ ਦੀ ਬੇਬਲਤਾ ਤੁਸੀਂ ਦੇਖੋ, ਇਸ ਮਾਤਾ ਦੇ ਅੰਦਰ ਦੀ ਤੜਫ ਨੂੰ ਜਰਾ ਤੱਕ ਕੇ ਦੇਖੋ। ਇਸ ਮਾਤਾ ਦੇ ਕਾਰਨ ਹੀ ਅਸਲ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਇਸ ਧਰਤੀ ਤੇ ਆਉਣਗੇ। ਤੁਸੀਂ ਇਹ ਨਾ ਕਹੋ ਕਿ ਮਾਤਾ ਇੱਥੇ ਆ ਕੇ ਵਿਰਲਾਪ ਕਰਦੀ ਹੈ, ਤੁਸੀਂ ਇਹ ਸਮਝੋ ਕਿ ਮਾਤਾ ਪਪੀਹੇ ਬਣ ਕੇ ਪੁਕਾਰ ਕਰਦੀ ਹੈ, ਗੁਰੂ ਨੇ ਬੱਦਲ ਬਣ ਕੇ ਇਸ ਸ਼੍ਰੀਨਗਰ ਦੀ ਧਰਤੀ ਤੇ ਵਰ ਜਾਣਾ ਹੈ। ਕਹਿਣ ਲੱਗੇ ਐਸਾ ਹੀ ਹੋਇਆ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਕਹਿਣ ਲੱਗੇ ਚਲੋ ਛੇਤੀ ਚੱਲੀਏ, ਸ਼੍ਰੀਨਗਰ ਦੀ ਧਰਤੀ ਉੱਤੇ ਕੋਈ ਯਾਦ ਕਰਦਾ ਹੈ, ਕੋਈ ਪਪੀਹਾ ਬਣ ਕੇ ਪੁਕਾਰ ਕਰੇ, ਗੁਰੂ ਤਾਂ ਬੌੜੀ ਕਰਦਾ ਹੈ। ਜਿਸ ਵੇਲੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਸ਼ਮੀਰ ਤੋਂ ਚੱਲ ਕੇ ਸ਼੍ਰੀਨਗਰ ਆਏ ਤੇ ਮੇਰੇ ਸਾਹਿਬ ਸਿੱਧਾ ਹੀ ਉਸ ਮਾਤਾ ਦੇ ਘਰ ਵਿੱਚ ਗਏ, ਹੋਰ ਕਿਤੇ। ਜਦੋਂ ਮਾਤਾ ਦੇ ਘਰ ਵਿੱਚ ਪਹੁੰਚੇ, ਜਿਤਨੀ ਸੰਗਤ ਨੂੰ ਪਤਾ ਚੱਲਿਆ ਸ਼੍ਰੀਨਗਰ ਵਿੱਚ, ਧਰਮਸ਼ਾਲ ਵਿੱਚ ਪਤਾ ਚੱਲਿਆ, ਘਰਾਂ ਵਿੱਚ ਪਤਾ ਚੱਲਿਆ, ਫਿਰ ਕਹਿ ਲਓ ਕਿ ਚਰਨਾਂ ਦੇ ਭੌਰੇ ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਤੇ ਬੇਅੰਤ ਸੰਗਤਾਂ ਆ ਗਈਆਂ। ਜਿਹੜੇ ਕਹਿੰਦੇ ਸੀ ਮਾਤਾ ਨੂੰ ਆਪਣੇ ਘਰ ਹੀ ਰੱਖਿਆ ਕਰ, ਇਹ ਧਰਮਸ਼ਾਲ ਵਿੱਚ ਆ ਕੇ ਰੋਂਦੀ ਕਰਲਾਉਂਦੀ ਹੈ, ਉਹ ਸਾਰੇ ਆ ਕੇ ਅੱਜ ਉਸ ਮਾਤਾ ਦਾ ਧੰਨਵਾਦ ਕਰਦੇ ਨੇ। ਮਾਤਾ, ਜੇ ਤੂੰ ਪੁਕਾਰਾਂ ਕੀਤੀਆਂ, ਤੇਰੀ ਪੁਕਾਰ ਦੇ ਨਾਲ ਗੁਰੂ ਹਰਗੋਬਿੰਦ ਮਹਾਰਾਜ ਆਏ ਤੇ ਦਰਸ਼ਨਾਂ ਵਾਸਤੇ ਸਾਨੂੰ ਵੀ ਮੌਕਾ ਮਿਲਿਆ। ਮੈਂ ਕਹਿੰਦਾ ਪਪੀਹੇ ਦੀ ਕੇਵਲ ਉਦਾਹਰਨ ਹੈ। ਪਪੀਹਾ ਪੁਕਾਰ ਕਰੇ ਤੇ ਪਪੀਹੇ ਦੀ ਪੁਕਾਰ ਨਾਲ ਬੱਦਲ ਬਣ ਕੇ ਜਦੋਂ ਧਰਤੀ ਤੇ ਬਰਸਾਤ ਹੁੰਦੀ ਹੈ, ਕਿੰਨੇ ਜੀਵ ਜੰਤੂ, ਪਸ਼ੂ ਪੰਛੀ, ਦਰਖਤ ਸਾਰੇ ਬੰਨੇ ਹਰਿਆਵਲ ਹੋ ਜਾਂਦੀ। ਪੁਕਾਰ ਤਾਂ ਇੱਕ ਨੇ ਕੀਤੀ ਨਾ, ਪੁਕਾਰ ਤੇ ਕੇਵਲ ਪਪੀਹੇ ਨੇ ਕੀਤੀ ਹੈ, ਪਰ ਉਸ ਦੀ ਪੁਕਾਰ ਦੇ ਨਾਲ ਬੱਦਲ ਬਣ ਕੇ ਜਦੋਂ ਬਰਸਾਤ ਹੋਈ ਤੇ ਸਾਰੀ ਧਰਤੀ ਉੱਤੇ ਜਲ ਥਲ ਹੋ ਗਈ। ਇਸ ਤਰ੍ਹਾਂ ਕੋਈ ਸਿੱਖ ਪੁਕਾਰ ਤੇ ਭਾਵੇਂ ਇੱਕ ਹੀ ਕਰੇ, ਪਰ ਜਦੋਂ ਗੁਰੂ ਬੱਦਲ ਬਣ ਕੇ ਵਰਦਾ, ਕਿਰਪਾ ਪਤਾ ਨਹੀਂ ਕਿੰਨਿਆਂ ਕਿਤੇ ਉਦੋਂ ਵਰਤ ਜਾਂਦੀ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਉੱਤੇ ਮਾਤਾ ਭਾਗ ਭਰੀ ਨੇ ਆਪਣਾ ਸਿਰ ਰੱਖਿਆ ਤੇ ਮੇਰੇ ਸਾਹਿਬ ਨੇ ਆਸ਼ੀਰਵਾਦ ਦਿੱਤੀ ਤੇ ਮਾਤਾ ਭਾਗ ਭਰੀ ਕਹਿਣ ਲੱਗੀ, ਸਤਿਗੁਰੂ ਮੈਂ ਅੰਦਰ ਦੀਆਂ ਅੱਖਾਂ ਨਾਲ ਤੇ ਤੈਨੂੰ ਜ਼ਰੂਰ ਵੇਖ ਲਿਆ ਹੈ। ਨਾਨਕ ਸੇ ਅਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਰੀ, ਦਾਤਿਆ ਮੈਂ ਤੈਨੂੰ ਆਪਣੀਆਂ ਅੰਦਰਲੀਆਂ ਅੱਖਾਂ ਨਾਲ ਤੇ ਜ਼ਰੂਰ ਤੱਕ ਲਿਆ, ਪਰ ਇੱਕ ਵਾਰ ਜੇ ਤੂੰ ਮੇਰੇ ਤੇ ਕਿਰਪਾ ਕਰ ਦੇ, ਮੈਂ ਤੇਰਾ ਬਾਹਰੀ ਤੌਰ ਤੇ ਚਿਹਰਾ ਸੋਹਣੀ ਕਲਗੀ ਲੱਗੀ ਜੋ ਮੇਰਾ ਪੁੱਤਰ ਮੈਨੂੰ ਦੱਸਦਾ, ਤੇਰੇ ਬਾਹਰੀ ਸਰੂਪ ਬਾਰੇ ਜੋ ਮੇਰਾ ਪੁੱਤਰ ਦੱਸਦਾ, ਦਾਤਿਆ ਕਿਤੇ ਬਾਹਰ ਦਾ ਸਰੂਪ ਵੀ ਮੈਨੂੰ ਤੇਰਾ ਨਜ਼ਰ ਆ ਜਾਵੇ, ਮੈਂ ਅੰਦਰਲੀਆਂ ਅੱਖਾਂ ਨਾਲ ਤੇ ਤੈਨੂੰ ਜ਼ਰੂਰ ਤੱਕ ਲਿਆ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਗਲ ਵਿੱਚ ਪਾਏ ਹੋਏ ਹਜ਼ੂਰੀਏ ਪਰਨੇ ਦੇ ਨਾਲ ਉਸ ਮਾਤਾ ਭਾਗ ਭਰੀ ਜੋ ਸਾਖੀਕਾਰ ਕਹਿੰਦੇ ਨੇ, ਮਾਤਾ ਭਾਗ ਭਰੀ ਦੇ ਨੇਤਰਾਂ ਉੱਤੇ ਮੇਰੇ ਸਾਹਿਬ ਜੀ ਨੇ ਜਿਉਂ ਹੀ ਆਪਣਾ ਪੱਲਾ ਫੇਰਿਆ, ਪੱਲਾ ਤੇ ਘਬਾਨਾ ਸੀ, ਗੁਰੂ ਮਹਾਰਾਜ ਦੀ ਦ੍ਰਿਸ਼ਟੀ ਕਹਿ ਲਓ, ਕਿਰਪਾ ਕਹਿ ਲਓ, ਬਖਸ਼ਿਸ਼ ਵਰਤੀ। ਉਸ ਮਾਤਾ ਦੀ ਗਈ ਹੋਈ ਅੱਖਾਂ ਦੀ ਜੋਤ ਮੁੜ ਵਾਪਸ ਆਈ ਤੇ ਜਿਸ ਵੇਲੇ ਜੋਤ ਵਾਪਸ ਆਈ, ਮਾਤਾ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਨ ਤੋਂ ਬਾਅਦ ਕਹਿਣ ਲੱਗੀ, ਦਾਤਾ ਇੱਕ ਵਾਰ ਮੇਰੀਆਂ ਅੱਖਾਂ ਉੱਤੇ ਪੱਲਾ ਫੇਰ ਦੇ। ਮੇਰੇ ਸਾਹਿਬ ਨੇ ਕਿਹਾ ਕਿਉਂ? ਕਹਿਣ ਲੱਗੀ, ਮੈਂ ਤੇਰੇ ਦੀਦਾਰਾਂ ਤੋਂ ਬਿਨਾਂ ਹੁਣ ਕੋਈ ਹੋਰ ਨਹੀਂ ਵੇਖਣਾ ਚਾਹੁੰਦੀ। ਮੇਰੇ ਮਾਲਕਾ ਕਿਰਪਾ ਕਰਦੇ, ਮੈਂ ਤੇਰੇ ਅੰਦਰਲੀਆਂ ਅੱਖਾਂ ਨਾਲ ਹਿਰਦੇ ਵਿੱਚ ਵੀ ਦਰਸ਼ਨ ਕਰ ਲਏ, ਮੈਂ ਬਾਹਰੀ ਵੀ ਦਰਸ਼ਨ ਕਰ ਲਏ, ਮੇਰੀ ਅੱਖਾਂ ਦੀ ਜੋਤ ਹੁਣ ਚਲੀ ਜਾਏ, ਮੈਨੂੰ ਇਸ ਜੋਤ ਦੀ ਲੋੜ ਨਹੀਂ, ਮੈਂ ਸੰਸਾਰ ਵਿੱਚ ਹੋਰ ਨਾ ਕੋਈ ਤੱਕਾਂ, ਕਿਉਂਕਿ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ, ਮੈਨੂੰ ਕੋਈ ਹੋਰ ਨਾ ਦਿਸੇ। ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਮਾਤਾ ਗੁਰੂ ਅੱਖਾਂ ਦਿੰਦਾ ਹੈ, ਲੈਂਦਾ ਨਹੀਂ, ਗੁਰੂ ਜੋਤ ਦਿੰਦਾ ਹੈ, ਕਿਸੇ ਦੀ ਜੋਤ ਖੋਂਦਾ ਨਹੀਂ। ਮੇਰੇ ਸਾਹਿਬ ਨੇ ਕਿਹਾ, ਜੇ ਅੰਦਰਲੀਆਂ ਅੱਖਾਂ ਨਾਲ ਤੈਨੂੰ ਰੱਬ ਦਿਸਿਆ ਹੈ ਤੇ ਮਾਤਾ ਬਾਹਰਲੀਆਂ ਅੱਖਾਂ ਨਾਲ ਵੀ ਤੈਨੂੰ ਇਸ ਜਗਤ ਵਿੱਚ ਪਰਮਾਤਮਾ ਵਾਹਿਗੁਰੂ ਹਰ ਬੰਨੇ ਦਿਸੇਗਾ। ਮੇਰੇ ਸਾਹਿਬ ਨੇ ਕਿਰਪਾ ਵਰਤਾਈ। ਅਗਲੀ ਬੇਨਤੀ, ਮਾਤਾ ਭਾਗ ਭਰੀ ਕਹਿਣ ਲੱਗੀ, ਸਤਿਗੁਰੂ ਮੇਰੀ ਇੱਕ ਹੋਰ ਬੇਨਤੀ ਹੈ। ਸਾਹਿਬ ਕਹਿਣ ਲੱਗੇ, ਦੱਸੋ ਮਾਤਾ ਜੀ।
ਕਹਿਣ ਲੱਗੀ ਅਗਲੀ ਮੇਰੀ ਬੇਨਤੀ ਹੈ ਤੁਸੀਂ ਕੁਝ ਦਿਨ ਇੱਥੇ ਸ਼੍ਰੀਨਗਰ ਦੀ ਧਰਤੀ ਤੇ ਟਿਕੋ। ਮੇਰੇ ਸਾਹਿਬ ਨੇ ਕਿਹਾ ਰਜ਼ੇਵੇਂ ਬਹੁਤ ਨੇ, ਅੱਗੇ ਜਾਣਾ ਹੈ। ਮਾਤਾ ਤੇਰੇ ਵਰਗੇ ਪਪੀਹੇ ਹੋਰ ਵੀ ਬੜੀਆਂ ਜਗ੍ਹਾ ਤੇ ਵਿਰਲਾਪ ਕਰਦੇ ਪਏ ਨੇ, ਉਹਨਾਂ ਨੂੰ ਵੀ ਜਾ ਕੇ ਭਾਗ ਲਾਉਣੇ ਹੈ। ਕਹਿਣ ਲੱਗੀ ਦਾਤਾ ਕਿਰਪਾ ਤੇ ਕਰਿਓ ਪਰ ਕੁਝ ਦਿਨ ਰਹੋ। ਮੇਰੇ ਸਾਹਿਬ ਨੇ ਕਿਹਾ ਕਾਰਨ ਤੇ ਦੱਸ ਕੀ ਹੈ? ਕਹਿਣ ਲੱਗੀ ਦਾਤਾ ਕੁਝ ਦਿਨਾਂ 'ਚ ਹੀ ਸੱਦਾ ਆ ਜਾਣਾ ਹੈ, ਮੈਂ ਚਾਹੁੰਦੀ ਅੰਤਲੇ ਸਵਾਸ ਤੇਰੀ ਗੋਦ ਵਿੱਚ ਨਿਕਲ। ਪਪੀਹਾ ਵੀ ਤੇ ਇਹੋ ਜਿਹਾ ਹੋਣਾ ਚਾਹੀਦਾ ਹੈ ਨਾ। ਸਾਹਿਬ ਬਾਣੀ ਵਿੱਚ ਕਿਰਪਾ ਕਰਦੇ ਨੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫਰਮਾਨ ਹੋਆ ਵਰਸੋ ਕਿਰਪਾ, ਧਾਰ ਪਪੀਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ। ਜਿਉ ਜਲ ਨਾਲ ਪਿਆਰ ਕਰਦਾ, ਪ੍ਰਿਉ ਪ੍ਰਿਉ ਕਰਦਾ, ਫਿਰ ਮਾਲਕ ਵੀ ਕਿਰਪਾ ਉਹਦੇ ਤੇ ਜ਼ਰੂਰ ਵਰਤਾਉਂਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ 7 ਬਚਨ ਕੁਝ ਦਿਨ ਮੇਰੇ ਸਤਿਗੁਰੂ ਰਹੇ। ਤੇ ਇਤਿਹਾਸਕਾਰ ਕਹਿੰਦੇ 3 ਮਹੀਨੇ ਦਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀਨਗਰ ਦੀ ਧਰਤੀ ਤੇ ਪ੍ਰਚਾਰ ਫੇਰੀ ਵਾਸਤੇ ਲਾਇਆ। ਵੇਖੋ ਇੱਕ ਦੀ ਪੁਕਾਰ ਨੇ 3 ਮਹੀਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲੋਂ ਨਾਮ ਦੀ ਵਰਖਾ ਕਰਵਾ ਦਿੱਤੀ। ਤੇ ਜਿਸ ਵੇਲੇ ਮਾਤਾ ਭਾਗ ਭਰੀ ਦਾ ਅੰਤ ਸਮਾਂ ਆਇਆ, ਸਤਿਗੁਰੂ ਹਰਗੋਬਿੰਦ ਮਹਾਰਾਜ ਜੀ ਪਹੁੰਚੇ। ਮਾਤਾ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੇ ਪ੍ਰਾਣ ਤਿਆਗੇ, ਭਾਵ ਕੇ ਅੰਤਲੇ ਸਵਾਸ ਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਛੱਡੇ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਹੱਥੀਂ ਮਾਤਾ ਭਾਗ ਭਰੀ ਦਾ ਸੰਸਕਾਰ ਕੀਤਾ। ਤੇ ਸਤਿਗੁਰੂ ਮਹਾਰਾਜ ਜੀ ਉਹਨਾਂ ਦੇ 10ਵੇਂ ਤੱਕ ਉੱਥੇ ਹੀ ਰਹੇ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪ ਉਸ ਮਾਤਾ ਦੀ ਅੰਤਮ ਅਰਦਾਸ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕੀਤੀ। ਬੇਨਤੀ ਸਿਰਫ ਇਹ ਸੀ ਕਿ ਗੁਰਮੁਖੋ ਜਦੋਂ ਕੋਈ ਪਪੀਹਾ ਬਣ ਕੇ ਇਸ ਤਰ੍ਹਾਂ ਵਿਰਲਾਪ ਕਰਦਾ ਹੈ, ਤਰਲੇ ਲੈਂਦਾ ਹੈ, ਫਿਰ ਮੇਰਾ ਗੁਰੂ ਬੌੜੀ ਜ਼ਰੂਰ ਕਰਦਾ ਹੈ। ਅੱਜ ਦੇ ਸ਼ਬਦ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹੀ ਕਿਰਪਾ ਕੀਤੀ ਹੈ। ਸਾਹਿਬ ਕਹਿੰਦੇ ਨੇ ਬਾਬੀਹਾ ਨਾ ਬਿਲ ਲਾਏ ਨਾ ਤਰਸਾਏ, ਐ ਪਪੀਹਾ ਤੂੰ ਇੰਨਾ ਵਿਰਲਾਪ ਇੰਨਾ ਕਰਲਾਉਂਦਾ ਕਿਉਂ ਹੈ? ਕਿਉਂ ਇੰਨਾ ਆਪਣੇ ਆਪ ਨੂੰ ਵਿਆਕੁਲ ਹੋਇਆ ਬੈਠਾ ਹੈ? ਇਹ ਮਨ ਖਸਮ ਕਾ ਹੁਕਮ ਮਨ, ਐ ਪਪੀਹੇ ਜੀਵ ਤੂੰ ਵਿਰਲਾਪ ਨਾ ਇੰਨੇ ਕਰ ਉਸ ਮਾਲਕ ਦੇ ਹੁਕਮ। ਹੁਕਮ ਦਾ ਮਤਲਬ ਇੱਥੇ ਰਜ਼ਾ ਹੈ। ਤੂੰ ਉਹਦੀ ਰਜ਼ਾ ਵਿੱਚ ਰਹਿ, ਉਹਦੇ ਭਾਣੇ ਵਿੱਚ ਰਹਿ। ਜੇ ਤੂੰ ਉਹਦੀ ਰਜ਼ਾ ਤੇ ਭਾਣੇ ਵਿੱਚ ਰਹੇਂਗਾ ਕੀ ਕਿਰਪਾ ਹੋਵੇਗੀ? ਨਾਨਕ ਹੁਕਮ ਮੰਨਿਆ ਤਿਖ ਉਤਰੈ। ਹੇ ਨਾਨਕ ਜੇ ਉਸ ਦੀ ਰਜ਼ਾ ਵਿੱਚ ਚੱਲੀਏ, ਜੇ ਉਹਦੇ ਹੁਕਮ ਨੂੰ ਸਤ ਕਰਕੇ ਮੰਨ ਲਈਏ ਤਾਂ ਸਭ ਕਹਿੰਦੇ ਤਿਖ ਉਤਰ ਹੈ। ਜੇ ਮਾਤਾ ਨੇ ਭਾਣਾ ਮੰਨਿਆ, ਜੇ ਮਾਤਾ ਰਜ਼ਾ ਵਿੱਚ ਰਹੀ, ਜੇ ਮਾਤਾ ਹੁਕਮ ਵਿੱਚ ਰਹੀ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਜਾ ਕੇ ਤਿਖ ਨਹੀਂ ਬੁਝਾਈ ਉਹਦੀ। ਮੇਰੇ ਸਾਹਿਬ ਨੇ ਬੱਦਲ ਬਣ ਕੇ ਗਏ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਤ੍ਰਿਪਤ ਕਰ ਦਿੱਤਾ। ਸਤਿਗੁਰੂ ਮਹਾਰਾਜ ਨੂੰ ਜਦੋਂ ਕਿਸੇ ਨੇ ਯਾਦ ਕੀਤਾ, ਸੈਦਾ ਮਲਾ ਕਹਿੰਦਾ ਮਹਾਰਾਜ ਕਿਤੇ ਇਸ ਗਰੀਬ ਦੀ ਬੇੜੀ ਵਿੱਚ ਵੀ ਬਹਿਓਗੇ ਤੁਸੀਂ ਕਿ ਨਹੀਂ ਹੋ ਬਵੋਗੇ? ਪਪੀਹਾ ਹੀ ਹੈ ਨਾ ਵੀ ਤਾਂ ਜਿਹੜਾ ਭਾਈ ਸੈਦਾ ਹੈ। ਅਨੰਦਪੁਰ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਸਿੱਖਾਂ ਨੂੰ ਨਾਲ ਲੈ ਕੇ ਤੁਰੇ ਤੇ ਸੈਦੇ ਮਲਾਹ ਦੀ ਬੇੜੀ ਵਿੱਚ ਬੈਠ ਗਏ। ਸੈਦਾ ਮਲਾਹ ਬੇੜੀ ਨੂੰ ਦੂਜੇ ਕਿਨਾਰੇ ਨਹੀਂ ਲਾਉਂਦਾ, ਇੱਧਰ ਉੱਧਰ ਹੀ ਖੜਦਾ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਭਾਈ ਅਸੀਂ ਦੂਜੇ ਕਿਨਾਰੇ ਜਾਣਾ, ਤੂੰ ਬੇੜੀ ਇੱਧਰ ਉੱਧਰ ਕਿਉਂ ਲਈ ਫਿਰਦਾ ਹੈ? ਤੈਨੂੰ ਬੇੜੀ ਚਲਾਉਣ ਦੀ ਜਾਚ ਨਹੀਂ? ਉਹਨੇ ਕਿਹਾ ਦਾਤਾ ਬੇੜੀ ਚਲਾਉਣੀ ਤਾਂ ਤੁਸੀਂ ਮੈਨੂੰ ਸਿਖਾਈ ਹੈ, ਮੈਂ ਇੱਧਰ ਉੱਧਰ ਤਾਂ ਲਿਜਾਂਦਾ ਕਿਉਂਕਿ ਜਦੋਂ ਬੇੜੀ ਦੂਜੇ ਕਿਨਾਰੇ ਲੱਗ ਗਈ ਉਦੋਂ ਤੁਸੀਂ ਵਿੱਚੋਂ ਉਤਰ ਜਾਣਾ। ਮੈਂ ਚਾਹੁੰਦਾ ਜਿੰਨਾ ਵੱਧ ਸਮਾਂ ਤੁਹਾਡੇ ਦੀਦਾਰ ਹੋ ਜਾਣ ਦਾਤਾ ਉਨਾ ਹੀ ਸਮਾਂ ਭਲਾ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਸੈਦੇ ਨੇ ਜਦੋਂ ਦੂਜੇ ਕਿਨਾਰੇ ਲਾਇਆ ਤੇ ਮੇਰੇ ਸਾਹਿਬ ਬੇੜੀ ਚੋਂ ਬਾਹਰ ਉਤਰ ਕੇ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ, ਦਇਆ ਸਿੰਘ ਜੀ ਪੁੱਛੋ ਇਸ ਬੇੜੀ ਵਾਲੇ ਮਾਲਕ ਨੂੰ ਜਿਹਨੇ ਸਾਨੂੰ ਦੂਜੇ ਕਿਨਾਰੇ ਲਾਇਆ, ਇਹਦੀ ਮਜ਼ਦੂਰੀ ਕਿੰਨੀ ਬਣੀ, ਇਹਦੇ ਪੈਸੇ ਕਿੰਨੇ ਬਣੇ ਨੇ? ਤੇ ਜਦੋਂ ਇਹ ਭਾਈ ਦਇਆ ਸਿੰਘ ਨੇ ਪੁੱਛਿਆ, ਕਹਿਣ ਲੱਗੇ ਭਾਈ ਸਤਿਗੁਰੂ ਪੁੱਛਦੇ ਨੇ ਕਿੰਨੀ ਮਜ਼ਦੂਰੀ ਤੇਰੀ ਹੈ, ਪੈਸੇ ਤੇਰੇ ਕਿੰਨੇ ਆ ਦੂਜੇ ਕਿਨਾਰੇ ਲਾਉਣ ਦੇ? ਤੇ ਸੈਦਾ ਮਲਾਹ ਕਹਿਣ ਲੱਗਾ ਕਾਹਦੇ ਪੈਸੇ, ਕਾਹਦੇ ਪੈਸੇ? ਇੱਕ ਮਲਾਹ ਨੇ ਦੂਜੇ ਮਲਾਹ ਨੂੰ ਜੇ ਦੂਜੇ ਬੰਨੇ ਲਾਇਆ ਤੇ ਪੈਸੇ ਲੈਂਦਾ ਮੈਂ ਚੰਗਾ ਨਹੀਂ ਲੱਗਦਾ। ਤੇ ਸਿੱਖ ਥੋੜੇ ਜਿਹੇ ਹੈਰਾਨ ਹੋਏ ਵੀ ਆਪਣੇ ਨਾਲ ਗੁਰੂ ਨੂੰ ਮਿਲਾਉਂਦਾ ਹੈ। ਉਹਨੇ ਕਿਹਾ ਮੈਂ ਆਪਣੇ ਨਾਲ ਨਹੀਂ ਮਿਲਾਇਆ, ਸਿਰਫ ਮੈਂ ਇਹ ਕਿਹਾ ਇੱਕ ਮਲਾਹ ਨੇ ਦੂਜੇ ਮਲਾਹ ਨੂੰ ਜੇ ਕਿਨਾਰੇ ਲਾਇਆ ਤੇ ਕਾਹਦੇ ਮੈਂ ਪੈਸੇ ਲਵਾਂ? ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਇਹ ਤਾਂ ਇਉਂ ਕਹਿੰਦਾ। ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇੜੇ ਹੋਏ ਕਿਉਂਕਿ ਸਾਹਿਬ ਤਾਂ ਜਾਣੀ ਜਾਣ ਆਏ ਭਲਾ ਕਰਨ ਵਾਸਤੇ ਸੀ। ਮੇਰੇ ਸਾਹਿਬ ਕਹਿੰਦੇ ਭਾਈ ਕੀ ਕਹਿਣਾ ਚਾਹੁੰਦਾ? ਤੇ ਸੈਦਾ ਮਲਾਹ ਕਹਿੰਦਾ ਦਾਤਾ ਮੈਂ ਇਹ ਕਹਿਣਾ ਚਾਹੁੰਦਾ ਇਸ ਘਾਟ ਉੱਤੇ ਤੁਸੀਂ ਆਏ, ਤੁਹਾਡੀ ਦਿੱਤੀ ਹੋਈ ਬੇੜੀ ਵਿੱਚ ਤੁਸੀਂ ਆਪ ਬੈਠੇ, ਆਪਣੀ ਬੇੜੀ ਵਿੱਚ ਦੂਜੇ ਕਿਨਾਰੇ ਲਾਉਣ ਦੀ ਸਮਰੱਥਾ ਵੀ ਤੁਸੀਂ ਆਪ ਹੀ ਮੈਨੂੰ ਦਿੱਤੀ, ਦੂਜੇ ਕਿਨਾਰੇ ਲੱਗ ਗਏ। ਦਾਤਾ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ ਜਦੋਂ ਤੇਰੇ ਘਾਟ ਉੱਤੇ ਮੈਂ ਆਵਾਂ
ਉਦੋਂ ਚੱਪੂ ਮਾਰ ਕੇ ਤੂੰ ਵੀ ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰਦੀ, ਮੈਂ ਤਾਂ ਇਹ ਚਾਹੁੰਦਾ ਹਾਂ। ਤੇ ਮੇਰੇ ਸਾਹਿਬ ਕਹਿੰਦੇ ਭਾਈ ਦਇਆ ਸਿੰਘ ਜੀ, ਬੇੜੀ ਵਿੱਚ ਕਿੰਨੇ ਸਿੱਖ ਨੇ? ਹੁਣ ਵੇਖੋ, ਇੱਕ ਦੀ ਪੁਕਾਰ ਕਿੰਨਿਆਂ ਦਾ ਭਲਾ ਕਰ ਗਈ। ਕਿੰਨੇ ਸਿੱਖ ਨੇ? ਮਹਾਰਾਜ ਜੇ ਤੁਹਾਡੇ ਸਮੇਤ ਗਣੀਏ ਤੇ 21 ਬਣਦੇ ਆ ਸਾਰੇ। ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਸੈਦਿਆ ਹੁਣ ਤੇਰਾ ਇਕੱਲੇ ਦਾ ਨਹੀਂ, ਤੇਰੀਆਂ 21 ਕੁਲਾਂ ਹੀ ਤਰ ਗਈਆਂ, ਤੇਰੀਆਂ 21 ਕੁਲਾਂ ਤਾਰ ਦਿੱਤੀਆਂ ਗੁਰੂ ਨਾਨਕ ਨੇ। ਕਿਉਂਕਿ ਜਿਸ ਭਾਵਨਾ ਨਾਲ, ਜਿਸ ਪਿਆਰ ਨਾਲ ਤੂੰ ਇਸ ਬੇੜੀ ਵਿੱਚ ਬਿਠਾ ਕੇ ਦੂਜੇ ਕਿਨਾਰੇ ਲਾਉਂਦਿਆਂ ਲਾਉਂਦਿਆਂ ਜਿੰਨਾ ਪਿਆਰ ਤੂੰ ਜਤਾਇਆ, ਤੇਰੇ ਪਿਆਰ ਤੇ ਗੁਰੂ ਨਾਨਕ ਖੁਸ਼ ਹੋਇਆ ਤੇ ਤੇਰੀਆਂ 21 ਕੁਲਾਂ ਤਰ ਗਈਆਂ। ਕਹਿਣ ਤੋਂ ਭਾਵ ਸਾਹਿਬ ਜੀ ਕਹਿੰਦੇ ਤੂੰ ਉਹਦੀ ਰਜ਼ਾ, ਉਹਦੇ ਹੁਕਮ ਨੂੰ ਮੰਨ, ਤੇਰੀਆਂ ਸਾਰੀਆਂ ਤਿਖਾ ਤ੍ਰਿਪਤ ਤੈਨੂੰ ਗੁਰੂ ਕਰ ਦੇਗਾ। ਤੇ ਸਾਹਿਬ ਕਹਿੰਦੇ ਚੜ੍ਹੈ ਚਵਗਲ ਵਨ, ਕਿਤੇ ਚਵਗਣ ਸ਼ਬਦ ਵੀ ਆਉਂਦਾ, ਲਾਸਟ ਉੱਤੇ ਨੰਨਾ ਸ਼ਬਦ, ਇੱਥੇ ਲੱਲਾ ਸ਼ਬਦ ਆਇਆ ਹੈ, ਅਰਥ ਉਹਦੇ ਉਹੀ ਨੇ। ਚਵਗਲ ਦਾ ਅਰਥ ਹੈ 4 ਗੁਣਾ। 4 ਗੁਣਾ ਦਾ ਮਤਲਬ ਬਹੁਤ ਜ਼ਿਆਦਾ ਕਿਰਪਾ। ਰੰਗ ਦਾ ਇੱਥੇ ਵਨ ਦਾ ਅਰਥ ਹੈ ਪਿਆਰ। ਸਾਹਿਬ ਜੀ ਕਹਿੰਦੇ ਬੇਅੰਤ ਪਿਆਰ ਤੈਨੂੰ ਗੁਰੂ ਵੱਲੋਂ ਮਿਲੇਗਾ, ਜਿੰਨਾ ਤੂੰ ਕਰੇਗਾ ਇਸ ਤੋਂ ਹਜ਼ਾਰਾਂ ਗੁਣਾ ਵੱਧ ਤੈਨੂੰ ਗੁਰੂ ਪਿਆਰ ਕਰੇਗਾ। ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚਲ ਸਤਿਗੁਰ ਕੋਟ ਪੈਂਡਾ। ਆਗੇ ਹੋਏ ਲੇਤ ਹੈ, ਜਦੋਂ ਗੁਰੂ ਵੱਲੇ ਸਿੱਖ ਇੱਕ ਵੀ ਕਦਮ ਪੁੱਟਦਾ ਹੈ ਤੇ ਹਜ਼ਾਰਾਂ ਕਦਮ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਿੱਖ ਵੱਲੇ ਪੁੱਟ ਕੇ ਉਹਦਾ ਭਲਾ ਕਰਦੇ, ਉਹਦਾ ਉਧਾਰ ਕਰਦੇ ਨੇ। ਅੱਜ ਦੇ ਸ਼ਬਦ ਰਾਹੀਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਤੁਸੀਂ ਵੀ ਪਪੀਹੇ ਵਾਂਗੂ ਜੇ ਪੁਕਾਰ ਕਰੋਗੇ ਤੇ ਮਾਲਕ ਤੁਹਾਡੀ ਪੁਕਾਰ ਨੂੰ ਸੁਣ ਕੇ ਅੰਦਰ ਦੀ ਤਪਸ਼ ਨੂੰ ਗੁਰੂ ਆਪਣੇ ਨਾਮ ਦਾ ਅੰਮ੍ਰਿਤ ਜਲ ਦੇ ਕੇ ਨਿਹਾਲ ਕਰ ਦੇਗਾ। ਗੁਰੂ ਅੰਮ੍ਰਿਤ ਜਲ ਦੇ ਕੇ ਸਾਨੂੰ ਪ੍ਰਸੰਨ ਕਰ ਦੇਵੇਗਾ। ਲੋੜ ਹੈ ਪਪੀਹੇ ਬਣ ਕੇ ਗੁਰੂ ਦਰ ਤੇ ਪੁਕਾਰ ਕਰਦੇ ਰਹਿਣਾ। ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੋਂ ਕੇ ਸੁਣੇ ਪੁਕਾਰ। ਗੁਰੂ ਦਰ ਤੇ ਪੁਕਾਰਾਂ ਕਰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਮਾਲਕ ਨੇ ਪਤਾ ਨਹੀਂ ਕਦੋਂ ਆਪਣੀ ਦ੍ਰਿਸ਼ਟੀ ਮਿਹਰ ਦੀ ਨਿਗਾਹ ਕਰਕੇ ਬਦਲ ਰੂਪ ਗੁਰੂ ਨੇ ਆਪਣੀ ਨਾਮ ਦੀ ਵਰਖਾ ਕਰਕੇ ਸਾਡੇ ਹਿਰਦਿਆਂ ਨੂੰ ਤ੍ਰਿਪਤ ਕਰ ਦੇਣਾ ਹੈ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਉਪਰੰਤ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ। ਰਾਮ ਕਲੀ